ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ JGH ਐਜੂਕੇਸ਼ਨ ਪੁਆਇੰਟ ਦੇ ਵਿੱਚ। ਹੁਣ ਤੱਕ ਆਪਾਂ ਸਿੰਧੂ ਘਾਟੀ ਦੀ ਸੱਭਿਅਤਾ, ਵੈਦਿਕ ਸੱਭਿਅਤਾ, ਜਿਹਨੂੰ ਆਪਾਂ ਆਰੀਆ ਸੱਭਿਅਤਾ ਵੀ ਕਹਿ ਦਿੰਦੇ ਹਾਂ, ਬੁੱਧ ਕਾਲ ਜਾਂ ਬੁੱਧ ਮੱਤ, ਜੈਨ ਮੱਤ, ਮੌਰੀਆ ਸਾਮਰਾਜ, ਬਿੰਦੂਸਾਰ, ਅਸ਼ੋਕ, ਇਹਨਾਂ ਸਭ ਬਾਰੇ ਪੜ੍ਹਿਆ। ਜਿਨ੍ਹਾਂ ਨੇ ਮੇਰੇ ਇਹ ਲੈਸਨ ਜਾਂ ਮੇਰਾ ਇਹ ਪੜ੍ਹਾਇਆ ਹੋਇਆ ਨਹੀਂ ਦੇਖਿਆ, ਉਹ ਮੇਰੇ ਚੈਨਲ ਦੇ ਉੱਪਰ ਜਾ ਕੇ ਦੇਖ ਸਕਦਾ ਹੈ। ਅੱਜ ਆਪਾਂ ਗੁਪਤ ਸਾਮਰਾਜ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਗੁਪਤ ਕਾਲ ਵੀ ਕਹਿ ਦਿੰਦੇ ਹਾਂ, ਗੁਪਤਾ ਏਜ ਵੀ ਕਹਿ ਦਿੰਦੇ ਹਾਂ। ਇਸ ਬਾਰੇ ਤੁਹਾਡੇ ਨਾਲ ਆਪਾਂ ਅੱਜ ਗੱਲਬਾਤ ਕਰਾਂਗੇ। ਚਲੋ ਜੀ, ਸ਼ੁਰੂ ਕਰਦੇ ਹਾਂ ਨਵਾਂ ਲੈਸਨ, ਗੁਪਤ ਕਾਲ ਜਾਂ ਗੁਪਤ ਏਜ। ਗੁਪਤ ਵੰਸ਼ ਤੀਜੀ ਸ਼ਤਾਬਦੀ ਦੇ ਅੰਤ ਵਿੱਚ ਅਤੇ ਚੌਥੀ ਸ਼ਤਾਬਦੀ ਦੇ ਸ਼ੁਰੂ ਵਿੱਚ ਹੋਇਆ। ਜਿਹੜਾ ਇਹ ਵੰਸ਼ ਸੀਗਾ, ਇਹ ਤੀਜੀ ਸ਼ਤਾਬਦੀ ਦੇ ਅੰਤ ਵਿੱਚ ਤੇ ਚੌਥੀ ਸ਼ਤਾਬਦੀ ਦੇ ਸ਼ੁਰੂ ਵਿੱਚ ਹੋਇਆ ਸੀ। ਪਰ ਜੇਕਰ ਗੱਲ ਕਰੀਏ ਤਾਂ ਗੁਪਤਿਆਂ ਦੀ ਜਾਤ ਦੇ ਸੰਬੰਧ ਵਿੱਚ ਵੱਖ-ਵੱਖ ਵਿਚਾਰ ਦੇਖਣ ਨੂੰ ਮਿਲਦੇ ਨੇ। ਇਹ ਵਿਚਾਰ ਕੀ ਨੇ? ਚਲੋ ਆਪਾਂ ਦੇਖਦੇ ਹਾਂ। ਪਹਿਲੇ ਵਿਚਾਰ ਅਨੁਸਾਰ ਗੁਪਤ ਸ਼ੂਦਰ ਸਨ। ਤੁਹਾਨੂੰ ਪਤਾ ਵੀ ਸਮਾਜ ਨੂੰ ਉਸ ਸਮੇਂ ਕਈ ਵਰਣਾਂ ਦੇ ਵਿੱਚ ਵੰਡਿਆ ਹੋਇਆ ਸੀ। ਇਹ ਵਰਣ ਮੰਨੇ ਜਾਂਦੇ ਸੀਗੇ ਬ੍ਰਾਹਮਣ, ਸ਼ੂਦਰ, ਖੱਤਰੀ ਤੇ ਵੈਸ਼। ਇਹ ਚਾਰ ਵਰਣ ਮੰਨੇ ਜਾਂਦੇ ਸੀਗੇ, ਜਿਹਦੇ ਵਿੱਚ ਪਹਿਲੇ ਵਿਚਾਰ ਅਨੁਸਾਰ ਇਹ ਮੰਨਿਆ ਗਿਆ ਵੀ ਜਿਹੜੇ ਗੁਪਤ ਸੀਗੇ ਉਹ ਸ਼ੂਦਰ ਸਨ। ਇਹ ਮੰਨਿਆ ਜਾਂਦਾ ਸੀ ਕਿ ਗੁਪਤਿਆਂ ਨੇ ਕਦੀ ਆਪਣੀ ਜਾਤ ਦਾ ਜ਼ਿਕਰ ਨਹੀਂ ਕੀਤਾ, ਪਰ ਇਸ ਵਿਚਾਰ ਦਾ ਜਲਦੀ ਹੀ ਖੰਡਨ ਕਰ ਦਿੱਤਾ ਗਿਆ, ਕਿਉਂਕਿ ਪ੍ਰਯਾਗ ਸ਼ਿਲਾਲੇਖ ਵਿੱਚ ਸਮੁੰਦਰਗੁਪਤ ਦੀ ਤੁਲਨਾ ਧਨਦ, ਵਰਣ ਅਤੇ ਇੰਦਰ ਦੇਵਤਿਆਂ ਨਾਲ ਕੀਤੀ ਗਈ ਹੈ। ਪਹਿਲਾਂ ਕਿਹਾ ਗਿਆ ਵੀ ਜਿਹੜੇ ਗੁਪਤ ਨੇ ਇਹ ਸ਼ੂਦਰ ਨੇ, ਮਤਲਬ ਇਹ ਸ਼ੂਦਰਾਂ ਨਾਲ ਸੰਬੰਧ ਰੱਖਦੇ ਨੇ। ਪਰ ਜਦੋਂ ਪ੍ਰਯਾਗ ਸ਼ਿਲਾਲੇਖ ਦੇ ਵਿੱਚ ਇਸ ਚੀਜ਼ ਨੂੰ ਪੜ੍ਹਿਆ ਗਿਆ ਵੀ ਸਮੁੰਦਰਗੁਪਤ ਦੀ ਜਿਹੜੀ ਤੁਲਨਾ ਕੀਤੀ ਗਈ ਧਨਦ ਨਾਲ, ਵਰੁਣ ਨਾਲ ਅਤੇ ਇੰਦਰ ਦੇਵਤਿਆਂ ਨਾਲ ਕੀਤੀ ਗਈ, ਤਾਂ ਇਹਦਾ ਜਲਦੀ ਹੀ ਖੰਡਨ ਕਰ ਦਿੱਤਾ ਗਿਆ ਵੀ ਜਿਹੜੇ ਗੁਪਤ ਨੇ ਉਹ ਸ਼ੂਦਰ ਨਹੀਂ ਹੋ ਸਕਦੇ। ਦੂਜੇ ਵਿਚਾਰ ਅਨੁਸਾਰ ਜੇਕਰ ਗੱਲ ਕਰੀਏ ਆਪਾਂ ਤਾਂ ਇਤਿਹਾਸਕਾਰ ਗੁਪਤਿਆਂ ਨੂੰ ਖੱਤਰੀ ਮੰਨਦੇ ਨੇ। ਉਹਨਾਂ ਦਾ ਮੰਨਣਾ ਹੈ ਕਿ ਗੁਪਤ ਵੰਸ਼ ਦੇ ਲੋਕ ਆਪਣੇ ਆਪ ਨੂੰ ਪਾਂਡਵ, ਅਰਜਨ ਦਾ ਵੰਸ਼ਜ ਮੰਨਦੇ ਹਨ। ਮਹਾਭਾਰਤ ਤੁਸੀਂ ਦੇਖਿਆ ਹੋਣਾ ਵੀ ਪਾਂਡਵ ਕੌਣ ਸਨ, ਤੇ ਗੁਪਤੇ ਜਿਹੜੇ ਗੁਪਤ ਵੰਸ਼ ਦੇ ਲੋਕ ਸੀ ਜਾਂ ਸ਼ਾਸਕ ਸੀ, ਆਪਣੇ ਆਪ ਨੂੰ ਪਾਂਡਵ ਵੰਸ਼ ਦੇ ਵਿੱਚ ਇੱਕ ਅਰਜੁਨ ਹੋਇਆ ਉਹਦਾ ਵੰਸ਼ਜ ਮੰਨਦੇ ਨੇ ਆਪਣੇ ਆਪ। ਬਹੁਤ ਬੜਾ ਵਿਦਵਾਨ ਸੀ, ਬਹੁਤ ਬੜਾ ਧਨੁਧਰ ਸੀ ਅਰਜੁਨ। ਤੇ ਪਾਂਡਵਾਂ ਲਈ ਜਦੋਂ ਕੌਰਵਾਂ ਨਾਲ ਯੁੱਧ ਹੋਇਆ ਤਾਂ ਉਹਦੇ ਵਿੱਚ ਅਰਜੁਨ ਦੇ ਕਰਕੇ ਹੀ ਯੁੱਧ ਜਿੱਤਿਆ ਗਿਆ, ਕਿਉਂਕਿ ਅਰਜੁਨ ਨੇ ਆਪਣੀ ਤੀਰ ਅੰਦਾਜ਼ੀ ਨਾਲ ਇਹ ਯੁੱਧ ਨੂੰ ਜਿੱਤਣ ਵੱਲ ਨੂੰ ਲੈ ਗਿਆ ਸੀ। ਵਿਦਵਾਨ ਦੱਸਦੇ ਨੇ ਕਿ ਗੁਪਤ ਵੰਸ਼ ਦੇ ਲਿਛਵੀਆਂ ਨਾਲ ਵਿਆਹੁਤਾ ਸੰਬੰਧ ਸਨ ਅਤੇ ਲਿਛਵੀ ਖੱਤਰੀ ਸਨ। ਪਹਿਲਾਂ ਕੀ ਮੰਨਿਆ ਗਿਆ ਵੀ ਜਿਹੜੇ ਗੁਪਤ ਵੰਸ਼ ਦੇ ਲੋਕ ਨੇ ਉਹ ਆਪਣੇ ਆਪ ਨੂੰ ਪਾਂਡਵ, ਅਰਜਨ ਦਾ ਵੰਸ਼ਜ ਮੰਨਦੇ ਨੇ। ਦੂਜਾ ਕੀ ਹੋਇਆ ਵੀ ਇਹਨਾਂ ਨੇ ਲਿਛਵੀਆਂ ਨਾਲ ਸੰਬੰਧ ਸੀਗੇ ਵਿਆਹੁਤਾ, ਅਤੇ ਲਿਛਵੀ ਜਿਹੜੇ ਸੀਗੇ ਉਹ ਖੱਤਰੀ ਸਨ। ਇਹ ਗੱਲ ਬਣ ਗਈ। ਪਰ ਇਸ ਵਿਚਾਰ ਦਾ ਵੀ ਜਲਦੀ ਹੀ ਖੰਡਨ ਕੀਤਾ ਗਿਆ, ਕਿਉਂਕਿ ਕੁਝ ਵਿਦਵਾਨ ਲਿਛਵੀਆਂ ਨੂੰ ਖੱਤਰੀ ਮੰਨਦੇ ਹੀ ਨਹੀਂ। ਇਸ ਵਿਚਾਰ ਦਾ ਵੀ ਖੰਡਨ ਹੋ ਗਿਆ। ਪਹਿਲਾ ਹੋਇਆ ਵੀ ਸ਼ੂਦਰ ਸਨ, ਇਹਦਾ ਖੰਡਨ ਹੋ ਗਿਆ। ਦੂਜਾ ਹੋਇਆ ਵੀ ਖੱਤਰੀ ਸਨ, ਇਹਦਾ ਵੀ ਖੰਡਨ ਹੋ ਗਿਆ।
ਹੁਣ ਆਪਾਂ ਤੀਜੇ ਵਿਚਾਰ ਨੂੰ ਦੇਖਦੇ ਹਾਂ। ਤੀਜੇ ਵਿਚਾਰ ਅਨੁਸਾਰ ਗੁਪਤੇ ਬ੍ਰਾਹਮਣ ਜਾਤ ਦੇ ਸਨ। ਇਸ ਸੰਬੰਧ ਵਿੱਚ ਇੱਕ ਦਲੀਲ ਮਿਲਦੀ ਹੈ ਕਿ ਚੰਦਰਗੁਪਤ ਦੂਜੇ ਦਾ ਗੋਤਰ ਘਾਰਣ ਸੀ, ਜਿਹੜਾ ਕਿ ਬ੍ਰਾਹਮਣ ਗੋਤਰ ਸੀ। ਦੇਖੋ ਉਸ ਸਮੇਂ ਮੰਨਿਆ ਗਿਆ ਵੀ ਘਾਰਣ ਗੋਤਰ ਜਿਹੜਾ ਹੈਗਾ ਸੀਗਾ ਉਹ ਬ੍ਰਾਹਮਣ ਗੋਤਰ ਸੀ, ਅਤੇ ਉਸ ਦੀ ਪੁੱਤਰੀ ਪ੍ਰਭਾਵਤੀ ਦਾ ਵਿਆਹ ਬ੍ਰਾਹਮਣ ਜਾਤ ਦੇ ਰਾਜਕੁਮਾਰ ਰੁਦਰਸੈਨ ਨਾਲ ਕੀਤਾ ਗਿਆ। ਠੀਕ ਹੈ, ਪਰ ਇਸ ਵਿਚਾਰ ਦਾ ਵੀ ਖੰਡਨ ਕੀਤਾ ਗਿਆ। ਦੇਖੋ ਜਿਹੜਾ ਗੁਪਤ ਸਮਰਾਜ ਦੇ ਵਿੱਚ ਹੀ ਚੰਦਰਗੁਪਤ ਦੂਜਾ ਹੋਇਆ, ਪਹਿਲਾਂ ਚੰਦਰਗੁਪਤ, ਇਹ ਦੇਖੋ ਤੁਸੀਂ ਕਨਫਿਊਜ਼ ਨਾ ਹੋਇਓ, ਇੱਕ ਚੰਦਰਗੁਪਤ ਮੌਰੀਆ ਸੀ, ਇਹ ਉਹ ਨਹੀਂ, ਇਹ ਚੰਦਰਗੁਪਤ ਪਹਿਲਾ ਤੇ ਚੰਦਰਗੁਪਤ ਦੂਜਾ, ਇਹ ਦੂਜੇ ਦਾ ਗੋਤਰ ਘਾਰਣ ਸੀ, ਜਿਹੜਾ ਕਿ ਬ੍ਰਾਹਮਣ ਗੋਤਰ ਸੀ, ਅਤੇ ਉਹਦੀ ਪੁੱਤਰੀ ਪ੍ਰਭਾਵਤੀ ਦਾ ਵਿਆਹ ਬ੍ਰਾਹਮਣ ਜਾਤ ਦੇ ਰਾਜਕੁਮਾਰ ਰੁਦਰਸੇਨ ਨਾਲ ਕੀਤਾ ਗਿਆ। ਉਹਨਾਂ ਦਾ ਮੰਨਣਾ ਸੀ ਵੀ ਜੇ ਵਿਆਹ ਤਾਂ ਹੀ ਹੋਊਗਾ ਨਾ ਜੇਕਰ ਉਹ ਬ੍ਰਾਹਮਣ ਸੀ। ਠੀਕ ਹੈ, ਪਰ ਇਸ ਵਿਚਾਰ ਦਾ ਵੀ ਖੰਡਨ ਕੀਤਾ ਗਿਆ। ਹੁਣ ਚੌਥਾ ਵਿਚਾਰ ਦੇਖਦੇ ਹਾਂ। ਚੌਥੇ ਵਿਚਾਰ ਅਨੁਸਾਰ ਇਹ ਵੈਸ਼ ਸਨ। ਵਿਦਵਾਨ ਮੰਨਦੇ ਨੇ ਕਿ ਵੈਸ਼ ਆਪਣੇ ਨਾਮ ਨਾਲ ਗੁਪਤ ਜੋੜਦੇ ਸਨ। ਵਿਦਵਾਨਾਂ ਦਾ ਮੰਨਣਾ ਸੀਗਾ ਵੀ ਉਸ ਸਮੇਂ ਜਿਹੜੇ ਵੈਸ਼ ਸੀਗੇ ਆਪਣੇ ਆਪ ਦੇ ਨਾਮ ਦੇ ਨਾਲ ਗੁਪਤ ਲਗਾਇਆ ਕਰਦੇ ਸਨ, ਪਰ ਇਸ ਨੂੰ ਵੀ ਸਹੀ ਨਹੀਂ ਮੰਨਿਆ ਗਿਆ। ਸੋ ਅਸੀਂ ਕਹਿ ਸਕਦੇ ਹਾਂ ਕਿ ਗੁਪਤਿਆਂ ਦੀ ਜਾਤ ਸੰਬੰਧੀ ਕੁਝ ਵੀ ਸਾਫ਼ ਨਹੀਂ ਹੈ। ਮਤਲਬ ਵਿਚਾਰ ਸਾਰੇ ਪੇਸ਼ ਕੀਤੇ ਗਏ, ਪਰ ਇਹਨਾਂ ਦੀ ਜਾਤ ਸੰਬੰਧੀ ਕਿਤੇ ਵੀ ਆਪਾਂ ਨੂੰ ਸਾਫ਼ ਕੁਝ ਦੇਖਣ ਨੂੰ ਨਹੀਂ ਮਿਲਦਾ। ਚਲੋ ਅੱਗੇ ਦੇਖਦੇ ਹਾਂ ਆਪਾਂ। ਹੁਣ ਗੱਲ ਕਰਦੇ ਹਾਂ ਆਪਾਂ ਗੁਪਤ ਸਾਮਰਾਜ ਦੀ ਸਥਾਪਨਾ ਬਾਰੇ। ਇਸ ਸਾਮਰਾਜ ਨੂੰ ਭਾਰਤ ਦਾ ਮਹੱਤਵਪੂਰਨ ਸਾਮਰਾਜ ਮੰਨਿਆ ਜਾਂਦਾ ਹੈ। ਇਹਨੂੰ ਗੋਲਡਨ ਏਰਾ ਜਾਂ ਗੋਲਡਨ ਪੀਰੀਅਡ ਵੀ ਕਿਹਾ ਜਾਂਦਾ ਹੈ। 320 ਤੋਂ 540 ਈਸਵੀ ਦੇ ਵਿੱਚ ਇਹ ਹੋਇਆ ਸੀ। ਠੀਕ ਹੈ, ਹੁਣ ਪਹਿਲਾ ਨੰਬਰ 1 ਤੇ ਹੈ ਸ਼੍ਰੀ ਗੁਪਤ। ਗੁਪਤ ਵੰਸ਼ ਦੀ ਸਥਾਪਨਾ ਸ਼੍ਰੀ ਗੁਪਤ ਨੇ 240 ਈਸਵੀ ਵਿੱਚ ਮਗਧ ਵਿੱਚ ਕੀਤੀ। ਦੁਬਾਰਾ ਸੁਣ ਲਓ, ਗੁਪਤ ਵੰਸ਼ ਦੀ ਸਥਾਪਨਾ ਸ਼੍ਰੀ ਗੁਪਤ ਨੇ 240 ਈਸਵੀ ਵਿੱਚ ਮਗਧ ਵਿੱਚ ਕੀਤੀ। ਉਸ ਦਾ ਨਾਮ ਸ਼੍ਰੀ ਗੁਪਤ ਸੀ ਜਾਂ ਇਕੱਲਾ ਗੁਪਤ, ਇਸ ਬਾਰੇ ਵੀ ਮਤਭੇਦ ਹੈ। ਠੀਕ ਹੈ, ਵੀ ਉਹਦਾ ਨਾਮ ਸ਼੍ਰੀ ਗੁਪਤ ਸੀ ਜਾਂ ਇਕੱਲਾ ਗੁਪਤ ਸੀ, ਇਹਦੇ ਬਾਰੇ ਵੀ ਮਤਭੇਦ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਪਰ ਗੁਪਤ ਅਭਿਲੇਖ ਵਿੱਚ ਸ਼੍ਰੀ ਗੁਪਤ ਨੂੰ ਮਹਾਰਾਜ ਦੀ ਉਪਾਧੀ ਦਿੱਤੀ ਗਈ ਹੈ। ਇਸ ਦਾ ਕੋਈ ਲੇਖ ਜਾਂ ਸਿੱਕਾ ਸਾਨੂੰ ਨਹੀਂ ਮਿਲਦਾ। ਕਿਹਦਾ? ਸ਼੍ਰੀ ਗੁਪਤ ਦਾ। ਇਸ ਨੇ 280 ਈਸਵੀ ਤੱਕ ਰਾਜ ਕੀਤਾ। ਠੀਕ ਹੈ, ਮੰਨਿਆ ਜਾਂਦਾ ਹੈ ਸ਼੍ਰੀ ਗੁਪਤ ਨੂੰ ਗੁਪਤ ਸਾਮਰਾਜ ਦਾ ਜਿਹੜਾ ਸਥਾਪਨਾ ਇਹਨੇ ਕੀਤੀ ਸੀ, ਪਰ ਇਹਦੇ ਬਾਰੇ ਨਾਮ ਦੇ ਪ੍ਰਤੀ ਵੀ ਮਤਭੇਦ ਮਿਲਦਾ ਆਪਾਂ ਨੂੰ। ਠੀਕ ਹੈ, ਤੇ ਮਹਾਰਾਜ ਦੀ ਉਪਾਧੀ ਧਾਰਨ ਕੀਤੀ ਅਭਿਲੇਖ ਵਿੱਚ ਲਿਖਿਆ ਹੋਇਆ, ਪਰ ਇਹਦੇ ਬਾਰੇ ਆਪਾਂ ਨੂੰ ਕਿਤੇ ਕੋਈ ਸਿੱਕਾ ਜਾਂ ਲੇਖ ਦੇਖਣ ਨੂੰ ਨਹੀਂ ਮਿਲਦਾ। ਤੇ ਇਸ ਨੇ 280 ਈਸਵੀ ਤੱਕ ਰਾਜ ਕੀਤਾ। ਨੰਬਰ 2 ਤੇ ਹੈ ਘਟੋਤਕਚ। ਇਸ ਨੂੰ ਸ਼੍ਰੀ ਗੁਪਤ ਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ। ਇਸ ਨੇ 280 ਤੋਂ 319 ਈਸਵੀ ਤੱਕ ਸ਼ਾਸਨ ਕੀਤਾ। ਕਿਹਨੇ? ਘਟੋਤਕਚ ਨੇ। ਇਸ ਨੇ ਵੀ ਮਹਾਰਾਜ ਦੀ ਉਪਾਧੀ ਧਾਰਨ ਕੀਤੀ। ਇਸ ਦੇ ਰਾਜ ਵਿੱਚ ਗੁਪਤ ਵੰਸ਼ ਦੀ ਸ਼ਕਤੀ ਵਿੱਚ ਬਹੁਤ ਵਾਧਾ ਨਹੀਂ ਹੋਇਆ ਇਹਦੇ ਰਾਜ ਦੇ ਵਿੱਚ। ਵਿਦਵਾਨਾਂ ਦਾ ਮੰਨਣਾ ਹੈ ਕਿ ਇਹ ਪਾਟਲੀਪੁੱਤਰ ਹੋਣ ਦਾ ਪਟਨਾ, ਠੀਕ ਹੈ ਨਾ, ਯਾਦ ਰੱਖਿਓ, ਪਾਟਲੀਪੁੱਤਰ ਅਤੇ ਉਸ ਦੇ ਆਸ-ਪਾਸ ਦੇ ਖੇਤਰਾਂ ਉੱਤੇ ਰਾਜ ਕਰਦਾ ਸੀ। ਕੌਣ? ਘਟੋਤਕਚ, ਜੋ ਕਿ ਸ਼੍ਰੀ ਗੁਪਤ ਦਾ ਉੱਤਰਾਧਿਕਾਰੀ ਸੀ। ਹੁਣ ਗੱਲ ਕਰਦੇ ਹਾਂ ਆਪਾਂ ਚੰਦਰਗੁਪਤ ਪਹਿਲਾ ਦੀ। ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਇਹ ਚੰਦਰਗੁਪਤ ਮੌਰੀਆ ਨਹੀਂ ਹੈ, ਕਨਫਿਊਜ਼ ਨਾ ਹੋਇਓ, ਇਹ ਚੰਦਰਗੁਪਤ ਹੈ ਜਿਹੜਾ ਕਿ ਗੁਪਤ ਸਾਮਰਾਜ ਦੇ ਵਿੱਚ ਆਉਂਦਾ। ਘਟੋਤਕਚ ਤੋਂ ਬਾਅਦ ਇਸ ਦਾ ਪੁੱਤਰ ਚੰਦਰਗੁਪਤ ਪਹਿਲਾ 320 ਈਸਵੀ ਨੂੰ ਸਿੰਘਾਸਨ ਤੇ ਬੈਠਾ।
ਇਸ ਦੇ ਗੱਦੀ ਤੇ ਬੈਠਣ ਨਾਲ ਗੁਪਤ ਵੰਸ਼ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕੀਤਾ। ਉਸਨੇ ਆਪਣੇ ਰਾਜ ਦਾ ਵਿਸਥਾਰ ਕੀਤਾ। ਉਸਨੇ ਮਹਾਧਿਰਾਜ ਦੀ ਉਪਾਧੀ ਧਾਰਨ ਕੀਤੀ। ਠੀਕ ਹੈ। ਸ਼੍ਰੀ ਗੁਪਤ, ਫਿਰ ਘਟੋਤਕਚ ਤੇ ਉਸ ਦਾ ਪੁੱਤਰ ਚੰਦਰਗੁਪਤ ਪਹਿਲਾ। ਇਹਦੇ ਗੱਦੀ ਤੇ ਬੈਠਣ ਦੇ ਨਾਲ ਗੁਪਤ ਸਾਮਰਾਜ ਦਾ ਇੱਕ ਨਵਾਂ ਯੁੱਗ ਸ਼ੁਰੂ ਹੋ ਗਿਆ ਸੀ ਤੇ ਇਸ ਨੇ ਮਹਾਧਿਰਾਜ ਦੀ ਉਪਾਧੀ ਧਾਰਨ ਕੀਤੀ। ਇਸਨੇ 320 ਤੋਂ 335 ਈਸਵੀ ਤੱਕ ਰਾਜ ਕੀਤਾ। ਹੁਣ ਥੋੜਾ ਡਿਟੇਲ 'ਚ ਪੜ੍ਹਦੇ ਹਾਂ ਇਹਦੇ ਬਾਰੇ ਆਪਾਂ। ਚੰਦਰਗੁਪਤ ਦਾ ਵਿਆਹ ਲਿਛਵੀ ਰਾਜਕੁਮਾਰੀ ਕੁਮਾਰ ਦੇਵੀ ਨਾਲ ਹੋਇਆ ਸੀ। ਚੰਦਰਗੁਪਤ ਦਾ ਵਿਆਹ ਲਿਛਵੀ ਰਾਜਕੁਮਾਰੀ ਕੁਮਾਰ ਦੇਵੀ ਨਾਲ ਹੋਇਆ। ਇਸ ਨੂੰ ਦਹੇਜ ਵਿੱਚ ਪਾਟਲੀਪੁੱਤਰ ਮਿਲਿਆ। ਉਸਨੇ ਆਪਣੇ ਸਿੱਕਿਆਂ ਉੱਤੇ ਕੁਮਾਰ ਦੇਵੀ ਦਾ ਨਾਮ ਅਤੇ ਤਸਵੀਰ ਉਕਰਵਾਈ। ਠੀਕ ਹੈ। ਦਹੇਜ 'ਚ ਪਾਟਲੀਪੁੱਤਰ ਮਿਲਿਆ ਸੀ। ਠੀਕ ਹੈ। ਉਸ ਇਲਾਕੇ 'ਚ ਉਹਦੇ ਘਟੋਤਕਚ ਰਾਜ ਕਰਦਾ ਸੀ। ਠੀਕ ਹੈ। ਪਰ ਦਹੇਜ ਵਿੱਚ ਪਾਟਲੀਪੁੱਤਰ ਇਹਨੂੰ ਮਿਲਿਆ। ਉਸਨੇ ਆਪਣੇ ਸਿੱਕਿਆਂ ਉੱਤੇ ਕੁਮਾਰ ਦੇਵੀ ਮਤਲਬ ਆਪਣੀ ਘਰਵਾਲੀ ਦਾ ਨਾਮ ਅਤੇ ਤਸਵੀਰ ਉਕਰਵਾਈ। ਠੀਕ ਹੈ। ਸਮੁੰਦਰਗੁਪਤ ਵੀ ਆਪਣੇ ਆਪ ਨੂੰ ਲਿਛਵੀ ਦੋਹਤਾ ਕਹਿਣ ਵਿੱਚ ਜ਼ਿਆਦਾ ਮਾਣ ਮਹਿਸੂਸ ਕਰਦਾ ਸੀ। ਦੇਖੋ, ਲਿਛਵੀ ਉਸ ਸਮੇਂ ਦੀ ਇੱਕ ਸ਼ਕਤੀ ਸੀ। ਠੀਕ ਹੈ। ਅਤੇ ਸਮੁੰਦਰਗੁਪਤ ਵੀ ਆਪਣੇ ਆਪ ਨੂੰ ਲਿਛਵੀ ਦੋਹਤਾ ਕਹਿਣ ਦੇ ਵਿੱਚ ਮਾਣ ਮਹਿਸੂਸ ਕਰਦਾ ਸੀ। ਸਮੁੰਦਰਗੁਪਤ ਕੌਣ ਸੀ? ਚੰਦਰਗੁਪਤ ਪਹਿਲੇ ਦਾ ਬੇਟਾ। ਗੱਦੀ ਤੇ ਬੈਠਣ ਸਮੇਂ ਚੰਦਰਗੁਪਤ ਕੋਲ ਇਕੱਲਾ ਮਗਧ ਦਾ ਛੋਟਾ ਜਿਹਾ ਇਲਾਕਾ ਹੀ ਸੀ। ਪਰ ਲਿਛਵੀਆਂ ਦੇ ਪ੍ਰਭਾਵ ਨਾਲ ਇਸਨੇ ਆਪਣਾ ਰਾਜ ਖੂਬ ਫੈਲਾ ਲਿਆ। ਜਦੋਂ ਗੱਦੀ ਤੇ ਬੈਠਾ ਸੀ ਤਾਂ ਮਗਧ ਦਾ ਛੋਟਾ ਜਿਹਾ ਇਲਾਕਾ ਸੀ, ਪਰ ਲਿਛਵੀਆਂ ਦਾ ਪ੍ਰਭਾਵ ਇੰਨਾ ਸੀ, ਸਹੁਰੇ ਸੀ ਅਤੇ ਉੱਥੋਂ ਵੀ ਸ਼ਕਤੀ ਮਿਲ ਰਹੀ ਸੀ ਅਤੇ ਉਹਦੇ ਪ੍ਰਭਾਵ ਨਾਲ ਕੀ ਹੋਇਆ, ਆਪਣਾ ਰਾਜ ਖੂਬ ਫੈਲਾਇਆ ਨੇ। ਉਸ ਦਾ ਰਾਜ ਗੰਗਾ ਦੇ ਪ੍ਰਯਾਗ ਤੱਕ ਫੈਲਿਆ ਹੋਇਆ ਸੀ। ਇਸ ਦੇ ਰਾਜ ਵਿੱਚ ਉੱਤਰ ਪ੍ਰਦੇਸ਼, ਬਿਹਾਰ ਅਤੇ ਬੰਗਾਲ ਵੀ ਸ਼ਾਮਿਲ ਸੀ। ਇਸਨੇ ਗੁਪਤ ਸੰਮਤ ਚਲਾਇਆ। ਦੇਖੋ, ਸੰਮਤ ਹੁੰਦਾ ਕੈਲੰਡਰ ਚਲਾਉਣਾ, ਤਰੀਕਾਂ ਚਲਾਉਣੀਆਂ। ਠੀਕ ਹੈ। ਜਿਵੇਂ ਕਿ ਬਿਕਰਮੀ ਸੰਮਤ ਚੱਲਦਾ ਹੈ, ਉਸ ਤਰ੍ਹਾਂ ਹੀ ਇਸਨੇ ਗੁਪਤ ਸੰਮਤ ਚਲਾਇਆ, ਜਿਹੜਾ ਕਿ 26 ਫਰਵਰੀ 320 ਤੋਂ ਸ਼ੁਰੂ ਹੁੰਦਾ ਹੈ। ਇਸ ਨੂੰ ਨੋਟ ਕਰ ਲਿਓ, ਇੰਪੋਰਟੈਂਟ ਆ। ਸਮਟਾਈਮ ਆ ਜਾਂਦਾ ਹੈ ਵੀ ਗੁਪਤ ਸੰਮਤ ਚਲਾਇਆ ਕਿਹਨੇ ਸੀ। ਕਿਹਨੇ ਚਲਾਇਆ ਸੀ? ਚੰਦਰਗੁਪਤ ਪਹਿਲਾਂ ਨੇ। ਅਤੇ ਸ਼ੁਰੂ ਕਦੋਂ ਹੁੰਦਾ ਹੈ? 26 ਫਰਵਰੀ 320 ਤੋਂ ਸ਼ੁਰੂ ਹੁੰਦਾ ਹੈ। ਸਾਰੇ ਗੁਪਤ ਸ਼ਾਸਕਾਂ ਨੇ ਇਸ ਦੀ ਹੀ ਵਰਤੋਂ ਕੀਤੀ, ਮਤਲਬ ਇਸ ਕੈਲੰਡਰ ਨੂੰ ਹੀ ਮੰਨਿਆ। ਸੋ ਅਸੀਂ ਕਹਿ ਸਕਦੇ ਹਾਂ ਕਿ ਗੁਪਤ ਸਾਮਰਾਜ ਦਾ ਅਸਲ ਮੋਢੀ ਚੰਦਰਗੁਪਤ ਪਹਿਲਾ ਸੀ। ਦੇਖੋ, ਪਹਿਲਾਂ ਗੱਲ ਕੀਤੀ ਹੈ ਵੀ ਸਥਾਪਨਾ ਕਿਹਨੇ ਕੀਤੀ? ਸ਼੍ਰੀ ਗੁਪਤ ਨੇ। ਪਰ ਜੇ ਆਪਾਂ ਸ਼ਕਤੀ ਤੌਰ 'ਤੇ ਦੇਖੀਏ ਵੀ ਗੁਪਤ ਸਾਮਰਾਜ ਨੂੰ ਕੌਣ ਬੁਲੰਦੀਆਂ ਵੱਲ ਲੈ ਕੇ ਗਿਆ, ਤਾਂ ਉਹ ਚੰਦਰਗੁਪਤ ਪਹਿਲਾ ਸੀ। ਸੋ ਜੋ ਬੁਲੰਦੀਆਂ ਵੱਲ ਲੈ ਕੇ ਗਿਆ, ਜਿਸ ਨੇ ਆਪਣਾ ਰਾਜ ਫੈਲਾਇਆ, ਉਸ ਨੂੰ ਹੀ ਮੋਢੀ ਮੰਨਿਆ ਜਾਵੇ। ਸੋ ਇਸ ਨੂੰ ਹੀ ਅਸਲ ਮੋਢੀ ਮੰਨਿਆ ਜਾਂਦਾ ਹੈ। ਹੁਣ ਗੱਲ ਕਰਦੇ ਹਾਂ ਸਮੁੰਦਰਗੁਪਤ ਦੀ। ਚੰਦਰਗੁਪਤ ਪਹਿਲੇ ਤੋਂ ਬਾਅਦ ਉਸ ਦਾ ਪੁੱਤਰ ਸਮੁੰਦਰਗੁਪਤ 335 ਈਸਵੀ ਵਿੱਚ ਸਿੰਘਾਸਨ 'ਤੇ ਬੈਠਾ। ਚੰਦਰਗੁਪਤ ਪਹਿਲੇ ਤੋਂ ਬਾਅਦ ਉਸ ਦਾ ਪੁੱਤਰ ਚੰਦਰਗੁਪਤ ਪਹਿਲਾ ਅਤੇ ਉਹਦਾ ਪੁੱਤਰ ਸਮੁੰਦਰਗੁਪਤ 335 ਈਸਵੀ ਵਿੱਚ ਸਿੰਘਾਸਨ 'ਤੇ ਬੈਠਾ। ਉਸਨੇ 375 ਈਸਵੀ ਤੱਕ ਰਾਜ ਕੀਤਾ। ਇਸ ਦੀ ਮਾਂ ਦਾ ਨਾਮ ਕੁਮਾਰ ਦੇਵੀ ਸੀ, ਜੋ ਕਿ ਲਿਛਵੀ ਰਾਜਕੁਮਾਰੀ ਸੀ। ਇਸ ਦੇ ਸ਼ਾਸਨ ਸੰਬੰਧੀ ਜਾਣਕਾਰੀ ਸਾਨੂੰ ਇਲਾਹਾਬਾਦ ਦੇ ਸਤੰਭ ਲੇਖ, ਏਰਨ ਸ਼ਿਲਾਲੇਖ ਅਤੇ ਪ੍ਰਾਪਤ ਸਿੱਕਿਆਂ ਤੋਂ ਮਿਲਦੀ ਹੈ। ਇਸ ਅਨੁਸਾਰ ਚੰਦਰਗੁਪਤ ਨੇ ਸਮੁੰਦਰਗੁਪਤ ਨੂੰ ਆਪਣਾ ਉੱਤਰਾਧਿਕਾਰੀ ਬਣਾ ਦਿੱਤਾ, ਪਰ ਉਹ ਵੱਡਾ ਪੁੱਤਰ ਨਹੀਂ ਸੀ, ਜਿਸ ਕਾਰਨ
ਬਾਕੀ ਭਰਾਵਾਂ ਨੇ ਬਗਾਵਤ ਕੀਤੀ, ਪਰ ਸਮੁੰਦਰਗੁਪਤ ਨੇ ਸਿੰਘਾਸਨ ਤੇ ਆਪਣਾ ਅਧਿਕਾਰ ਬਣਾਈ ਰੱਖਿਆ। ਦੇਖੋ, ਪੁੱਤਰ ਵੱਡਾ ਨਹੀਂ ਸੀ, ਪਰ ਯੋਗ ਸੀ ਤਾਂ ਹੀ ਉਸਨੇ ਆਪਣਾ ਰਾਜ ਜਾਂ ਆਪਣੀ ਸਿੰਘਾਸਨ ਦੇ ਉੱਪਰ ਆਪਣਾ ਅਧਿਕਾਰ ਬਣਾਈ ਰੱਖਿਆ। ਇੰਟੈਲੀਜੈਂਟ ਸੀ, ਸ਼ਕਤੀਸ਼ਾਲੀ ਸੀ, ਸਮਝਦਾਰ ਸੀ ਤੇ ਆਪਣਾ ਅਧਿਕਾਰ ਸਿੰਘਾਸਨ 'ਤੇ ਬਣਾਈ ਰੱਖਿਆ। ਉਸਨੇ ਉੱਤਰ ਅਤੇ ਦੱਖਣੀ ਭਾਰਤ ਦੇ ਕਈ ਰਾਜਿਆਂ ਨੂੰ ਹਰਾਇਆ। ਕਿਹਨੇ? ਸਮੁੰਦਰਗੁਪਤ ਨੇ ਉੱਤਰ ਅਤੇ ਦੱਖਣੀ ਭਾਰਤ ਦੇ ਕਈ ਰਾਜਿਆਂ ਨੂੰ ਹਰਾਇਆ। ਸੋ ਇਸ ਨੂੰ 100 ਯੁੱਧਾਂ ਦਾ ਜੇਤੂ ਵੀ ਕਿਹਾ ਜਾਂਦਾ ਹੈ। ਇਸ ਨੂੰ ਵੀ ਨੋਟ ਕਰ ਸਕਦੇ ਹਾਂ ਆਪਾਂ, ਇੰਪੋਰਟੈਂਟ ਹੈ ਵੀ 100 ਯੁੱਧਾਂ ਦਾ ਜੇਤੂ ਕਿਹਨੂੰ ਕਿਹਾ ਜਾਂਦਾ ਹੈ? ਸਮੁੰਦਰਗੁਪਤ ਨੂੰ 100 ਯੁੱਧਾਂ ਦਾ ਜੇਤੂ ਵੀ ਕਿਹਾ ਜਾਂਦਾ ਹੈ। ਇੰਡੀਅਨ ਨੈਪੋਲੀਅਨ, ਭਾਰਤੀ ਨੈਪੋਲੀਅਨ। ਸਮੁੰਦਰਗੁਪਤ ਨੂੰ ਭਾਰਤੀ ਨੈਪੋਲੀਅਨ ਵੀ ਕਿਹਾ ਜਾਂਦਾ ਹੈ, ਇਹ ਵੀ ਆ ਜਾਂਦਾ ਹੈ ਸਮਟਾਈਮ, ਨੋਟ ਕਰ ਲਿਓ। ਹੁਣ ਗੱਲ ਕਰਦੇ ਹਾਂ ਵੀ ਆਪਾਂ ਇਸ ਨੂੰ ਭਾਰਤੀ ਨੈਪੋਲੀਅਨ ਕਿਉਂ ਕਿਹਾ ਜਾਂਦਾ ਹੈ। ਸਮੁੰਦਰਗੁਪਤ ਨੂੰ ਭਾਰਤੀ ਨੈਪੋਲੀਅਨ ਦੀ ਉਪਾਧੀ ਸਭ ਤੋਂ ਪਹਿਲਾਂ ਡਾਕਟਰ V.A. ਸਮਿਥ ਨੇ ਦਿੱਤੀ। ਨੋਟ ਕਰ ਲਿਓ ਇਸ ਨੂੰ। ਸਮੁੰਦਰਗੁਪਤ ਨੂੰ ਭਾਰਤੀ ਨੈਪੋਲੀਅਨ ਦੀ ਉਪਾਧੀ ਸਭ ਤੋਂ ਪਹਿਲਾਂ ਡਾਕਟਰ V.A. ਸਮਿਥ ਨੇ ਦਿੱਤੀ। ਇਸ ਦਾ ਬਹੁਤ ਸਾਰੇ ਵਿਦਵਾਨਾਂ ਨੇ ਸਮਰਥਨ ਕੀਤਾ ਵੀ ਹਾਂ ਠੀਕ ਹੈ, ਇਹ ਬਣਦਾ, ਇਸ ਉਪਾਧੀ ਨੂੰ ਦੇਣਾ ਬਣਦਾ, ਸਮਰਥਨ ਕੀਤਾ। ਇਹ ਨੈਪੋਲੀਅਨ ਵਾਂਗ ਨਿਡਰ ਤੇ ਸਾਹਸੀ ਸੀ। ਨੈਪੋਲੀਅਨ ਨੇ ਇਟਲੀ ਦੀ ਮੁਹਿੰਮ ਵਿੱਚ ਬਹੁਤ ਤੀਬਰਤਾ ਦਿਖਾਈ ਸੀ। ਨੈਪੋਲੀਅਨ ਦਾ ਸਾਰੇ ਯੂਰਪ 'ਤੇ ਦਬਦਬਾ ਸੀ। ਇਹੀ ਹਾਲਤ ਸਮੁੰਦਰਗੁਪਤ ਦੀ ਸੀ। ਲਗਭਗ ਸਾਰੇ ਉੱਤਰੀ ਭਾਰਤ ਦਾ ਉਹ ਮਹਾਰਾਜਾ ਧਿਰਾਜ ਸੀ ਅਤੇ ਦੱਖਣੀ ਰਾਜਿਆਂ ਤੋਂ ਉਹ ਕਰ ਵਸੂਲ ਕਰਦਾ ਸੀ। ਦੇਖੋ, ਸ਼ਕਤੀਸ਼ਾਲੀ ਸੀ, ਉੱਤਰੀ ਭਾਰਤ ਦੇ ਪੂਰਨ ਤੌਰ 'ਤੇ ਇਹਦਾ ਕਬਜ਼ਾ ਸੀ, ਠੀਕ ਹੈ, ਅਤੇ ਦੱਖਣੀ ਰਾਜਿਆਂ ਤੋਂ ਉਹ ਕਰ ਵਸੂਲ ਕਰਦਾ ਸੀ। ਚਲੋ, ਉੱਥੇ ਉਹਨੇ ਆਪਣੇ ਅੰਡਰ ਕਰ ਲਏ ਅਤੇ ਉਹਨਾਂ ਤੋਂ ਕਰ ਲੈਣਾ ਸ਼ੁਰੂ ਕਰਤਾ। ਕਹਿ ਸਕਦੇ ਹਾਂ ਵੀ ਉਹਨਾਂ ਨੇ ਵੀ ਇਹਦੀ ਅਧੀਨਤਾ ਮੰਨੀ ਹੋਈ ਸੀ। ਦੇਵਕ, ਕਾਮਰੂਪ, ਆਭੀਰ, ਅਰਜੁਨਾਇਕ ਜਾਤੀਆਂ ਨੇ ਇਸ ਦੀ ਅਧੀਨਤਾ ਸਵੀਕਾਰ ਕਰ ਲਈ ਸੀ। ਇਸ ਦੇ ਨਾਲ ਲੰਕਾ ਦਾ ਰਾਜਾ ਵੀ ਇਸ ਦਾ ਮਿੱਤਰ ਸੀ। ਨੈਪੋਲੀਅਨ ਦੀਆਂ ਜਿੱਤਾਂ ਦਾ ਅੰਤ ਤਾਂ ਵਾਲਟਰੂ, ਜਿਹੜੀ ਲਿਖਣ 'ਚ ਮਿਸਟੇਕ ਹੋ ਗਈ, ਵਾਲਟਰੂ ਦੇ ਯੁੱਧ ਵਿੱਚ ਹੋ ਗਿਆ ਸੀ, ਪਰ ਸਮੁੰਦਰਗੁਪਤ ਦੀਆਂ ਜਿੱਤਾਂ ਨੇ ਮਹਾਨ ਸਾਮਰਾਜ ਨੂੰ ਜਨਮ ਦਿੱਤਾ, ਜਿਸ ਕਾਰਨ ਦੇਸ਼ ਨੇ ਬੇਮਿਸਾਲ ਤਰੱਕੀ ਕੀਤੀ। ਤਾਂ ਹੀ ਮੈਂ ਕਿਹਾ ਸੀ ਮੈਨੂੰ ਗੋਲਡਨ ਪੀਰੀਅਡ ਵੀ ਕਿਹਾ ਜਾਂਦਾ। ਹੁਣ ਗੱਲ ਕਰਦੇ ਹਾਂ ਆਪਾਂ ਸਮੁੰਦਰਗੁਪਤ ਦੀਆਂ ਜਿੱਤਾਂ ਦੀ। ਨੰਬਰ 1 'ਤੇ ਹੈ ਆਰੀਆਵਰਤ ਦੀ ਪਹਿਲੀ ਲੜਾਈ। ਸਭ ਤੋਂ ਪਹਿਲਾਂ ਸਮੁੰਦਰਗੁਪਤ ਦੀ ਆਰੀਆਵਰਤ ਦੇ 3 ਰਾਜਿਆਂ ਨਾਲ ਲੜਾਈ ਹੋਈ। ਆਰੀਆਵਰਤ ਦੇ 3 ਰਾਜਿਆਂ ਨਾਲ ਲੜਾਈ ਹੋਈ। ਇਹ ਤਿੰਨੋਂ ਨਾਗਵੰਸ਼ ਦੇ ਸੀ, ਮਤਲਬ ਨਾਗਵੰਸ਼ ਜਾਤੀ ਦੇ ਸੀ ਜਾਂ ਨਾਗਵੰਸ਼ ਦੇ ਸੀ, ਠੀਕ ਹੈ। ਇਹ 3 ਰਾਜੇ ਅਚਯਤ, ਨਾਗਾਸੇਨ ਅਤੇ ਕੋਟਕੁਲ ਸਨ। 3 ਰਾਜਿਆਂ ਦੇ ਨਾਮ ਨੇ ਕਿਹੜੇ ਨੇ? ਅਚਯਤ, ਨਾਗਾਸੇਨ ਅਤੇ ਕੋਟਕੁਲ। ਇਸ ਯੁੱਧ ਵਿੱਚ ਸਮੁੰਦਰਗੁਪਤ ਦੀ ਜਿੱਤ ਹੋਈ। ਇਸ ਵਿੱਚ ਅਚਯੁਤ ਦਾ ਸ਼ਾਸਨ ਅਹਛਤਰ, ਨਾਗਸੇਨ ਦਾ ਪਦਮਾਵਤੀ ਅਤੇ ਕੋਟਕੁਲਸ ਦਾ ਦਿੱਲੀ ਅਤੇ ਪੂਰਬੀ ਪੰਜਾਬ ਸੀ। ਦੇਖੋ, ਆਰੀਆਵਰਤ ਵਿੱਚ ਯੁੱਧ ਹੋਇਆ 3 ਰਾਜਿਆਂ ਨਾਲ ਇਕੱਠਿਆਂ ਨਾਲ, ਠੀਕ ਹੈ। ਇਹਨਾਂ ਨੇ ਇਲਾਕੇ ਲਿਖੇ ਹੋਏ ਨੇ, ਅਚਯੁਤ ਦਾ ਅਹਛਤਰ, ਨਾਗਾਸੇਨ ਦਾ ਪਦਮਾਵਤੀ ਅਤੇ ਕੋਟਕੁਲਸ ਦਾ ਦਿੱਲੀ ਅਤੇ ਪੂਰਬੀ ਪੰਜਾਬ ਸੀ। ਨੰਬਰ 2 'ਤੇ ਆਰੀਆਵਰਤ ਦੀ ਦੂਜੀ ਲੜਾਈ। ਜਿਸ ਵੇਲੇ ਸਮੁੰਦਰਗੁਪਤ ਦੱਖਣ ਦੀ ਜਿੱਤ ਲਈ ਗਿਆ, ਉਸ ਵੇਲੇ ਆਪਣੀ ਹਾਰ ਦਾ ਬਦਲਾ ਲੈਣ ਲਈ ਅਚਯੁਤ ਅਤੇ ਨਾਗਾਸੇਨ ਨੇ ਨਾਗਵੰਸ਼ ਦੇ 7 ਸ਼ਾਸਕਾਂ ਨਾਲ ਮਿਲ ਕੇ ਸਮੁੰਦਰਗੁਪਤ ਵਿਰੁੱਧ ਇੱਕ ਸੰਘ ਬਣਾ ਲਿਆ। ਦੇਖੋ, ਪਹਿਲੀ ਜਿੱਤ ਵਿੱਚ ਇਹ ਹਾਰ ਗਏ,
ਦੂਜੀ ਜਿੱਤ ਦੇ ਵਿੱਚ ਇਹਨਾਂ ਨੇ ਕੀ ਕੀਤਾ, ਆਪਣੀ ਹਾਰ ਦਾ ਬਦਲਾ ਲੈਣ ਲਈ ਜਦੋਂ ਸਮੁੰਦਰਗੁਪਤ ਦੱਖਣ ਦੀ ਜਿੱਤ ਲਈ ਗਿਆ ਸੀ, ਠੀਕ ਹੈ, ਇਹਨਾਂ ਨੇ ਇੱਕ ਆਪਣਾ ਕਹਿ ਸਕਦੇ ਹਾਂ ਵੀ ਗਰੁੱਪ ਬਣਾ ਲਿਆ, ਸੁਰੰਗ ਬਣਾ ਲਿਆ। ਇਹ ਸ਼ਾਸਕ ਕੌਣ ਸਨ ਜਿਹੜੇ ਨਾਲ ਮਿਲੇ ਸੀਗੇ? ਨੰਬਰ 1 'ਤੇ ਰੁਦਰਦੇਵ, ਮਤਿਲ, ਚੰਦਰਵਰਮਾ, ਨਾਗਦੱਤ, ਗਣਪਤੀ ਨਾਗ, ਬਲਵਰਮਾ ਅਤੇ ਨੰਦੀ। ਇਹ ਸ਼ਾਸਕ ਜਿਹੜੇ 7 ਸੀਗੇ ਇਹਦੇ ਨਾਲ ਨਾਗਵੰਸ਼ ਦੇ ਨਾਲ, ਨਾਗਾਸੇਨ ਦੇ ਨਾਲ ਮਿਲ ਗਏ ਸੀ, ਅਚਯੁਤ ਤੇ ਨਾਗਾਸੇਨ ਦੇ ਨਾਲ। ਇਹਨਾਂ ਨੇ ਇੱਕ ਸੰਘ ਬਣਾ ਲਿਆ ਵੀ ਚੰਦਰਗੁਪਤ ਨੂੰ ਆਪਾਂ ਹਰਾਵਾਂਗੇ। ਦੱਖਣ ਭਾਰਤ ਦੀ ਜਿੱਤ ਮਗਰੋਂ 9 ਰਾਜਿਆਂ ਨਾਲ, 2 ਤਾਂ ਆਪ ਸੀਗੇ, ਉਹ 7 ਰਾਜੇ ਨਾਲ ਮਿਲ ਗਏ ਸੀਗੇ, ਠੀਕ ਹੈ। ਦੱਖਣ ਭਾਰਤ ਦੀ ਜਿੱਤ ਮਗਰੋਂ 9 ਰਾਜਿਆਂ ਨਾਲ ਕੁਸਾਬੀ ਦੀ ਥਾਂ 'ਤੇ ਯੁੱਧ ਕਰਨਾ ਪਿਆ ਚੰਦਰਗੁਪਤ ਨੂੰ। ਇਸ ਵਿੱਚ ਸਮੁੰਦਰਗੁਪਤ ਦੀ ਜਿੱਤ ਹੋਈ। ਦੇਖੋ, ਬਹਾਦਰ ਸੀ, 9 ਰਾਜੇ ਇਕੱਠੇ ਹਰਾਏ ਨੇ ਅਤੇ ਇਹਨਾਂ ਦੇ ਰਾਜ ਨੂੰ ਆਪਣੇ ਰਾਜ ਵਿੱਚ ਸ਼ਾਮਿਲ ਕਰ ਲਿਆ। ਨੰਬਰ 3 'ਤੇ ਹੈ ਸਮੁੰਦਰਗੁਪਤ ਨੇ ਉੱਤਰੀ ਭਾਰਤ ਦੇ ਸਾਰੇ ਜਿੱਤੇ ਹੋਏ ਇਲਾਕਿਆਂ ਨੂੰ ਵਾਪਸ ਨਾ ਮੋੜਿਆ। ਕਿਸੇ ਵੀ ਇਲਾਕੇ ਨੂੰ ਵਾਪਸ ਇਹਨੇ ਨਹੀਂ ਮੋੜਿਆ। ਇਸ ਦੀ ਥਾਂ 'ਤੇ ਰਾਜਿਆਂ ਨੂੰ ਮਾਰ ਦਿੱਤਾ ਅਤੇ ਉਹਨਾਂ ਦੇ ਰਾਜ ਨੂੰ ਆਪਣੇ ਰਾਜ ਵਿੱਚ ਸ਼ਾਮਿਲ ਕਰ ਲਿਆ। ਉੱਤਰੀ ਭਾਰਤ ਦੇ ਕਿਸੇ ਵੀ ਰਾਜੇ ਨੂੰ ਇਹਨੇ ਰਾਜ ਵਾਪਸ ਨਹੀਂ ਕੀਤਾ ਅਤੇ ਉਹਨਾਂ ਨੂੰ ਮਾਰ ਕੇ ਉਹਨਾਂ ਦੇ ਰਾਜ ਨੂੰ ਆਪਣੇ ਰਾਜ ਵਿੱਚ ਸ਼ਾਮਿਲ ਕਰ ਲਿਆ। ਨੰਬਰ ਅੱਗੇ ਹੈਗਾ ਦੱਖਣੀ ਭਾਰਤ ਦੀ ਜਿੱਤ। ਦੱਖਣੀ ਭਾਰਤ ਦੀ ਜਿੱਤ ਲਈ ਸਭ ਤੋਂ ਪਹਿਲਾਂ ਦੱਖਣੀ ਕੌਸ਼ਲ ਪਹੁੰਚਿਆ, ਦੱਖਣੀ ਭਾਰਤ ਚਲੇ ਗਿਆ ਇਹ। ਦੱਖਣੀ ਭਾਰਤ ਜਿੱਤ ਲਈ ਸਭ ਤੋਂ ਪਹਿਲਾਂ ਦੱਖਣੀ ਕੌਸ਼ਲ ਪਹੁੰਚਿਆ। ਇੱਥੋਂ ਦੇ ਰਾਜੇ ਮਹੇਂਦਰ ਨੂੰ ਹਰਾਇਆ। ਫਿਰ ਸਮੁੰਦਰਗੁਪਤ ਉੜੀਸਾ ਵੱਲ ਵਧਿਆ। ਧਿਆਨ ਰੱਖਿਓ ਇਸ ਗੱਲ ਦਾ, ਪਹਿਲਾਂ ਦੱਖਣੀ ਕੌਸ਼ਲ ਗਿਆ, ਇੱਥੋਂ ਦੇ ਰਾਜੇ ਮਹੇਂਦਰ ਨੂੰ ਹਰਾਇਆ। ਫਿਰ ਸਮੁੰਦਰਗੁਪਤ ਉੜੀਸਾ ਵੱਲ ਗਿਆ, ਇੱਥੇ ਵਿਆਕਰ ਰਾਜ ਨੂੰ ਹਰਾਇਆ। ਇਸ ਤੋਂ ਬਾਅਦ ਕੇਰਲ ਦੇ ਮਾਂਟ ਰਾਜ ਨੂੰ ਹਰਾਇਆ। ਫਿਰ ਇਸ ਤੋਂ ਬਾਅਦ ਪਿਸ਼ਤਪੁਰ ਵੱਲ ਗਿਆ, ਇੱਥੋਂ ਦੇ ਰਾਜੇ ਮਹੇਂਦਰਗਿਰੀ ਨੇ ਹਾਰ ਮੰਨ ਲਈ, ਮਤਲਬ ਲੜਿਆ ਨਹੀਂ, ਉਹਨੇ ਪਹਿਲਾਂ ਹੀ ਹਾਰ ਮੰਨ ਲਈ। ਹੁਣ ਗੱਲ ਕਰਦੇ ਹਾਂ ਆਪਾਂ ਵੀ ਕਿਹੜੇ ਕਿਹੜੇ ਰਾਜੇ ਜਿਹੜੇ ਇਸ ਤੋਂ ਹਾਰੇ ਸੀ, ਹਾਰਨ ਵਾਲੇ ਰਾਜੇ। ਨੰਬਰ 1 'ਤੇ ਹੈ ਕੋਟੂਰ ਦਾ ਰਾਜਾ ਸਵਾਮੀਦੱਤ। ਨੋਟ ਕਰ ਸਕਦੇ ਹੋ ਅਸੀਂ, ਕੋਟੂਰ ਦਾ ਰਾਜਾ ਸਵਾਮੀਦੱਤ। ਅਰੰਦਪਲ ਦਾ ਰਾਜਾ ਦਮਨ। ਕਾਂਚੀ ਦਾ ਰਾਜਾ ਵਿਸ਼ਨੂੰ ਗੋਪਾਲ। ਅਵਮੁਕਤ ਦਾ ਰਾਜਾ ਨੀਲਰਾਜ। ਵੈਂਗੀ ਦਾ ਰਾਜਾ ਹਸਤੀਵਰਮਨ। ਪਲਕ ਦਾ ਰਾਜਾ ਉਗਰਸੈਨ। ਦੇਵਰਾਸ਼ਟਰ ਦਾ ਰਾਜਾ ਕੁਬੇਰ। ਕੁਸ਼ਥਲ ਦਾ ਰਾਜਾ ਧਨੰਜੇ। ਗੱਲ ਕਰਦੇ ਹਾਂ ਆਪਾਂ, ਸਮੁੰਦਰਗੁਪਤ ਨੇ ਜੰਗਲੀ ਜਾਤੀਆਂ ਨੂੰ ਵੀ ਹਰਾਇਆ। ਇਹ ਮੱਧ ਭਾਰਤ ਦੇ ਉੜੀਸਾ ਦੇ ਵਿਚਾਲੇ ਨਿਵਾਸ ਕਰਦੀਆਂ ਸਨ। ਇਹਨਾਂ ਦੀ ਗਿਣਤੀ 18 ਸੀ। ਦੇਖੋ, ਰਾਜੇ ਤਾਂ ਹਰਾਏ, ਪਰ ਕੁਝ ਜੰਗਲੀ ਜਾਤੀਆਂ ਸੀ, ਠੀਕ ਹੈ, ਜੋ ਜਦੋਂ ਉੱਤਰ ਤੋਂ ਦੱਖਣ ਵੱਲ ਨੂੰ ਜਾਂਦੇ ਸੀ ਤਾਂ ਰਸਤੇ ਵਿੱਚ ਰੋੜਾਂ ਬਣਦੀਆਂ ਸਨ। ਇਹ ਰਸਤੇ ਵਿੱਚ ਇਹ ਘੇਰਦੀਆਂ ਸਨ, ਲੜਾਈ ਕਰਦੀਆਂ ਸਨ, ਅਤੇ ਇਹ 18 ਸੀ ਕੁੱਲ। ਇਹਨਾਂ ਨੂੰ ਵੀ ਹਰਾਇਆ ਨੇ। ਸਮੁੰਦਰਗੁਪਤ ਦੀਆਂ ਜਿੱਤਾਂ ਤੋਂ ਘਬਰਾ ਕੇ ਪੂਰਬੀ ਅਤੇ ਪੱਛਮੀ ਸਰਹੱਦ ਦੇ ਰਾਜਿਆਂ ਨੇ ਅਧੀਨਤਾ ਸਵੀਕਾਰ ਕਰ ਲਈ। ਦੇਖੋ, ਸਾਰੇ ਪਾਸੇ ਜਿੱਤ ਹਾਸਲ ਕਰ ਰਿਹਾ ਸੀ ਤਾਂ ਕੀ ਹੋਇਆ, ਜਿਹੜੇ ਪੂਰਬੀ ਅਤੇ ਪੱਛਮੀ ਸਰਹੱਦ ਦੇ ਰਾਜ ਸੀ ਉਹਨਾਂ ਨੇ ਪਹਿਲਾਂ ਹੀ ਅਧੀਨਤਾ ਸਵੀਕਾਰ ਕਰ ਲਈ ਵੀ ਅਸੀਂ ਹਾਰ ਗਏ, ਅਸੀਂ ਤੁਹਾਡੇ ਅੰਡਰ ਹਾਂ। ਇਸ ਵਿੱਚ ਸਮਤਟ, ਕਾਮਰੂਪ, ਦਵਾਕ ਢਾਕਾ, ਨੇਪਾਲ, ਕਰਤੀਪੁਰ ਅਤੇ ਪੱਛਮੀ ਸਰਹੱਦ ਦੇ ਰਾਜ ਮਾਲਵ, ਅਜੁਰਾਇਨ, ਯੋਧੇ, ਮਦਰਕ, ਆਭੀਰ, ਪ੍ਰਾਰਜੁਨ, ਸਨਕਨਿਕ, ਕਾਕ ਅਤੇ ਖਰਪਰਿਕ, ਇਹ ਆ ਗਏ ਪੱਛਮੀ ਰਾਜੇ ਹੋ ਗਏ।
ਤੇ ਇਸ ਤੋਂ ਉੱਪਰ ਪਹਿਲਾਂ ਸੀਗੇ ਪੂਰਬੀ। ਸਮੁੰਦਰਗੁਪਤ ਦੇ ਗਵਾਂਢੀ ਰਾਜਾਂ ਨਾਲ ਮਿੱਤਰਤਾਪੂਰਨ ਸੰਬੰਧ ਸੀ। ਲੰਕਾ ਦੇ ਰਾਜੇ ਮੇਘਵਰਧਨ ਨਾਲ ਉਸ ਦੀ ਦੋਸਤੀ ਸੀ। ਮੈਂ ਤੁਹਾਨੂੰ ਪਹਿਲਾਂ ਪਿੱਛੇ ਦੱਸਿਆ ਸੀਗਾ ਵੀ ਲੰਕਾ ਦਾ ਰਾਜਾ ਜਿਹੜਾ ਦੋਸਤ ਸੀਗਾ ਉਹਦਾ ਨਾਮ ਸੀਗਾ ਮੇਘਵਰਧਨ, ਨਾਲ ਉਹਦੀ ਦੋਸਤੀ ਸੀ। ਇਸ ਤੋਂ ਪਹਿਲਾਂ ਕੁਸ਼ਾਣ, ਸ਼ਕ, ਜਾਵਾ, ਸੁਮਾਤਰਾ, ਮਲਾਇਆ ਦੇ ਸ਼ਾਸਕਾਂ ਨਾਲ ਵੀ ਦੋਸਤਾਨਾ ਸੰਬੰਧ ਸੀ। ਜਿਹੜੇ ਗਵਾਂਢੀ ਰਾਜੇ ਸੀ ਇਹਨਾਂ ਨਾਲ ਦੋਸਤੀ ਸੀ। ਮੈਂ ਦੱਸਿਆ ਕਿਹੜੇ ਕਿਹੜੇ ਸੀਗੇ, ਉਹਨੇ ਬੋਲਿਆ, ਦੁਬਾਰਾ ਦੱਸ ਦਿੰਦਾ। ਲੰਕਾ ਦਾ ਰਾਜਾ ਮੇਘਵਰਧਨ, ਇਸ ਤੋਂ ਬਿਨਾਂ ਕੁਸ਼ਾਣ, ਸ਼ਕ, ਜਾਵਾ, ਸੁਮਾਤਰਾ, ਮਲਾਇਆ ਦੇ ਸ਼ਾਸਕਾਂ ਨਾਲ ਦੋਸਤਾਨਾ ਸੰਬੰਧ ਸੀ। ਅਸ਼ਵਮੇਧ ਯੱਗ। ਸਮੁੰਦਰਗੁਪਤ ਨੇ ਆਪਣੇ ਆਪ ਨੂੰ ਚੱਕਰਵਰਤੀ ਸਮਰਾਟ ਕਹਾਉਣ ਲਈ ਅਸ਼ਵਮੇਧ ਯੱਗ ਕਰਾਇਆ। ਦੇਖੋ, ਜਦੋਂ ਸਾਰੇ ਪਾਸੇ ਜਿੱਤ ਹਾਸਲ ਹੋ ਰਹੀ ਸੀ, ਬਹੁਤ ਵੱਡਾ ਇਲਾਕਾ ਇਹਨੇ ਆਪਣੇ ਅੰਡਰ ਕਰ ਲਿਆ ਸੀ, ਤਾਂ ਠੀਕ ਹੈ, ਉਹ ਕਹਿੰਦਾ ਮੈਂ ਚੱਕਰਵਰਤੀ ਸਮਰਾਟ ਹੈ ਅਤੇ ਮੈਂ ਅਸ਼ਵਮੇਧ ਯੱਗ ਕਰਾਊਂਗਾ। ਅਤੇ ਇਹਨੇ ਅਸ਼ਵਮੇਧ ਯੱਗ ਕਰਵਾਇਆ। ਇਸਨੇ ਇੱਕ ਸਿੱਕਾ ਚਲਾਇਆ ਜਿਸ ਦੇ ਇੱਕ ਪਾਸੇ ਅਸ਼ਵਮੇਧ ਯੱਗ ਦੀ ਕਹਾਣੀ ਅਤੇ ਦੂਜੇ ਪਾਸੇ ਯੱਗ ਦੇ ਘੋੜੇ ਦੀ ਤਸਵੀਰ ਬਣਾਈ ਗਈ ਸੀ। ਅਸ਼ਵਮੇਧ ਯੱਗ ਦੇ ਟਾਈਮ ਇਹਨੇ ਇੱਕ ਸਿੱਕਾ ਚਲਾਇਆ ਜਿਹਦੇ ਇੱਕ ਪਾਸੇ ਕੀ ਸੀ, ਅਸ਼ਵਮੇਧ ਯੱਗ ਦੀ ਕਹਾਣੀ ਵੀ ਇਹ ਕਿਉਂ ਕਰਵਾਇਆ ਗਿਆ, ਕਿਵੇਂ ਕਰਵਾਇਆ ਗਿਆ, ਕਾਰਨ ਕੀ ਸੀ ਕਰਵਾਉਣ ਦਾ, ਅਤੇ ਦੂਜੇ ਪਾਸੇ ਅਸ਼ਵਮੇਧ ਯੱਗ ਦਾ ਜਿਹੜਾ ਘੋੜਾ ਸੀ ਉਹਦੀ ਤਸਵੀਰ ਬਣੀ ਹੋਈ ਸੀ। ਅੱਗੇ ਦੇਖਦੇ ਹਾਂ, ਉਸ ਦਾ ਰਾਜ ਪੂਰਬ ਵਿੱਚ ਬ੍ਰਹਮਪੁੱਤਰ ਨਦੀ ਤੋਂ ਲੈ ਕੇ ਪੱਛਮ ਵਿੱਚ ਚੰਬਲ ਨਦੀ ਤੱਕ ਸੀ। ਉੱਤਰ ਵਿੱਚ ਹਿਮਾਲਾ ਪਰਬਤ ਤੋਂ ਲੈ ਕੇ ਦੱਖਣ ਵਿੱਚ ਨਰਮਦਾ ਨਦੀ ਤੱਕ ਫੈਲਿਆ ਹੋਇਆ ਸੀ। ਦੁਬਾਰਾ ਦੇਖਦੇ ਹਾਂ ਆਪਾਂ ਇੱਕ ਵਾਰੀ, ਉਹਦਾ ਰਾਜ ਕਿੱਥੇ ਕਿੱਥੇ ਸੀ। ਉਸ ਦਾ ਰਾਜ ਪੂਰਬ ਵਿੱਚ ਬ੍ਰਹਮਪੁੱਤਰ ਨਦੀ ਤੋਂ ਲੈ ਕੇ ਪੱਛਮ ਵਿੱਚ ਚੰਬਲ ਨਦੀ ਤੱਕ, ਉੱਤਰ ਵਿੱਚ ਹਿਮਾਲਾ ਪਰਬਤ ਤੋਂ ਲੈ ਕੇ ਦੱਖਣ ਵਿੱਚ ਨਰਮਦਾ ਨਦੀ ਤੱਕ ਫੈਲਿਆ ਹੋਇਆ ਸੀ। ਉਸਨੇ ਆਪਣੇ ਪੂਰਵਜਾਂ ਤੋਂ ਛੋਟਾ ਜਿਹਾ ਰਾਜ ਹਾਸਲ ਕੀਤਾ, ਪਰ ਆਪਣੇ ਉੱਤਰਾਧਿਕਾਰੀਆਂ ਨੂੰ ਇੱਕ ਵਿਸ਼ਾਲ ਸਾਮਰਾਜ ਦਿੱਤਾ। ਦੇਖੋ ਕਿੰਨਾ ਬੜਾ ਸਾਮਰਾਜ ਇਹਨੇ ਹਾਸਲ ਕੀਤਾ, ਕਿੰਨਾ ਬੜਾ ਇਲਾਕਾ ਇਹਨੇ ਅੰਡਰ ਕਰ ਲਿਆ ਸੀ। ਠੀਕ ਹੈ ਜੀ, ਅੱਜ ਆਪਾਂ ਗੁਪਤ ਸਾਮਰਾਜ ਬਾਰੇ ਪੜ੍ਹਿਆ, ਤੁਸੀਂ ਦੇਖਿਆ। ਉਮੀਦ ਹੈ ਤੁਹਾਨੂੰ ਮੇਰਾ ਪੜ੍ਹਾਇਆ ਸਮਝ ਆਇਆ ਹੋਊਗਾ। ਜਿਨ੍ਹਾਂ ਨੇ ਮੇਰੇ ਪੁਰਾਣੇ ਲੈਸਨ ਨਹੀਂ ਦੇਖੇ, ਮੈਂ ਪਹਿਲਾਂ ਦੱਸ ਚੁੱਕਿਆ। ਇਹਦੇ ਵਿੱਚ ਆਪਾਂ ਸਿੰਧੂ ਘਾਟੀ ਸੱਭਿਅਤਾ, ਆਰੀਆ ਸੱਭਿਅਤਾ ਜਾਂ ਵੈਦਿਕ ਸੱਭਿਅਤਾ ਕਹਿ ਦਿੰਦੇ ਹਾਂ, ਬੁੱਧ ਧਰਮ, ਜੈਨ ਧਰਮ ਜਾਂ ਬੁੱਧ ਮਤ ਕਹਿ ਲਓ, ਬੁੱਧ ਮਤ, ਜੈਨ ਮਤ, ਫਿਰ ਅੱਗੇ ਬਿੰਦੂਸਾਰ, ਅਸ਼ੋਕ, ਚੰਦਰਗੁਪਤ ਮੌਰੀਆ, ਇਹ ਸਾਰੇ ਲੈਸਨ ਮੈਂ ਕਰਵਾਏ ਹੋਏ ਨੇ। ਜਿਨ੍ਹਾਂ ਨੇ ਮੇਰੇ ਲੈਸਨ ਨਹੀਂ ਦੇਖੇ ਉਹ ਇਹ ਦੇਖ ਸਕਦਾ ਹੈ। ਠੀਕ ਹੈ, ਅੱਜ ਦਾ ਲੈਸਨ ਖ਼ਤਮ ਕਰਦਾ ਮੈਂ। ਠੀਕ ਹੈ, ਅਤੇ ਉਮੀਦ ਹੈ ਮੈਨੂੰ ਵੀ ਤੁਹਾਨੂੰ ਮੇਰਾ ਲੈਸਨ ਪੜ੍ਹਾਇਆ ਹੋਇਆ ਸਮਝ ਆਇਆ ਹੋਊਗਾ। ਧੰਨਵਾਦ।